हाँ जी, गुड इवनिंग स्टूडेंट्स। ठीक ठाक हो? प्रियंका, संदीप और सुरेंद्र सिंह वाली आईडी की दी हैगी। मैसेज करियो मैंने। सुरेंद्र सिंह के नाम से आईडी है ना जी। मैंने ये नहीं पता भी आईडी कौन चला रहा है। सुरेंद्र सिंह ਜਿਹੜਾ ਬੱਚਾ ਦਾਤੇ ਵਾਸਤੇ ਹੁਣ ਤੁਸੀਂ ਦਾਤੇ ਵਾਸਤੇ ਹੁਣ ਤੁਸੀਂ ਸੁਰਿੰਦਰ। ਅੱਛਾ ਅੱਛਾ, ਠੀਕ ਹੈ। ਉਹ ਤਰਨ ਦੇ ਨਾਲ ਹਨਾ, ਦੋ ਦੋ ਸਟੂਡੈਂਟ। ठीक है। ओके ओके। 3-4 मिनट वेट कर दें, ठीक है जी। बाकी ਦੇ स्टूडेंट ਹੋਰ ਵੀ ਆ ਰਹੇ ਨੇ, ਫਿਰ ਉਸ ਤੋਂ ਬਾਅਦ ਸਟਾਰਟ ਕਰ ਦੇं। सत श्री अकाल जी, सत श्री अकाल वंशु।
हाँ जी, अगेन गुड इवनिंग टू ऑल। मैं उम्मीद करता कि बिल्कुल ठीक ठाक होंगे तो सारे जाने। सुखवीर भी आ गए। हाँ जी, ਤਾਂ ਅੱਜ ਅਸੀਂ ਫਸਟ ਚੈਪਟਰ ਦੇ ਇਲੈਕਟ੍ਰਿਕ ਫੀਲਡ ਜਿਹੜਾ ਟੌਪਿਕ ਹੈ ਉਹ ਸਟਾਰਟ ਕਰਨ ਜਾ ਰਹੇ ਹਾਂ। ਇਲੈਕਟ੍ਰਿਕ ਫੀਲਡ ਧਿਆਨ ਨਾਲ ਸੁਣਨ ਵਾਲਾ ਟੌਪਿਕ ਹੈ ਜੀ। ਸਾਰਾ ਟੌਪਿਕ ਹੀ ਇਸ ਤੋਂ ਬਾਅਦ ਇੰਪੋਰਟੈਂਟ ਹੈ। ਪਹਿਲਾਂ ਆਪਾਂ ਬੇਸਿਕ ਸੀ ਜਿਹੜਾ ਕੂਲਮ ਲੋ ਆਪਾਂ ਪੜ੍ਹ ਲਿਆ, ਠੀਕ ਹੈ। ਇਸ ਤੋਂ ਬਾਅਦ ਮੇਨ +2 ਜਿਹੜੀ ਕਲਾਸ ਦੀ ਜਿਹੜੀ ਸਟਾਰਟਿੰਗ ਹੈ ਉਹ ਇੱਥੋਂ ਇਲੈਕਟ੍ਰਿਕ ਫੀਲਡ ਤੋਂ ਸਟਾਰਟ ਹੁੰਦੀ। ਦੇਖੋ ਇਲੈਕਟ੍ਰਿਕ ਫੀਲਡ ਕੀ ਹੈ? ਫੀਲਡ ਦਾ ਮਤਲਬ ਹੁੰਦਾ ਹੈ ਸਪੇਸ, ਜਾਂ ਤੁਸੀਂ ਰੀਜ਼ਨ ਕਹਿ ਲਓ, ਠੀਕ ਹੈ। ਸਪੇਸ ਕਹਿ ਲਓ ਚਾਹੇ ਰੀਜ਼ਨ ਕਹਿ ਲਓ। ਕਾਹਦਾ ਰੀਜ਼ਨ, ਕਾਹਦੀ ਸਪੇਸ, ਕਿਹਦੇ ਅਰਾਊਂਡ ਸਪੇਸ? ਤਾਂ ਆਨਸਰ ਹੈ ਇੱਕ ਚਾਰਜ ਦੇ ਅਰਾਊਂਡ ਦੀ ਸਪੇਸ। ਮੰਨ ਲਓ ਤੁਹਾਡੇ ਕੋਲ ਇੱਕ ਚਾਰਜ ਹੈ, ਇੱਥੇ ਇੱਕ ਚਾਰਜ ਹੈ ਕਿਊ ਚਾਰਜ, ਠੀਕ ਹੈ ਜੀ। ਇਸ ਕਿਊ ਚਾਰਜ ਦੇ ਨਜ਼ਦੀਕ ਅਗਰ ਕੋਈ ਮੈਂ ਹੋਰ ਚਾਰਜ ਪਲੇਸ ਕਰਾਂਗਾ, ਕੋਈ ਵੀ ਚਾਰਜ, ਸਪੋਜ਼ ਮੈਂ Q1 ਚਾਰਜ ਪਲੇਸ ਕੀਤਾ ਹੈ, ਤਾਂ ਆਪਾਂ ਨੂੰ ਪਤਾ ਹੈ ਇਹਦੇ ਵਿਚਕਾਰ ਕੁਝ ਨਾ ਕੁਝ ਡਿਸਟੈਂਸ ਹੈਗਾ r। ਤਾਂ ਜਿਹੜਾ Q ਚਾਰਜ ਹੈ ਉਸ Q1 ਚਾਰਜ ਤੇ ਕੀ ਲਾਊਗਾ? ਫੋਰਸ ਲਾਊਗਾ। ਚਾਹੇ ਤਾਂ ਫੋਰਸ ਆਫ ਅਟਰੈਕਸ਼ਨ ਲਗਾਵੇ ਚਾਹੇ ਫੋਰਸ ਆਫ ਰਿਪਲਸ਼ਨ ਲਾਵੇ, ਬਟ ਫੋਰਸ ਲਾਏਗਾ ਉਹ ਨਾ। ਜੇ ਮੈਂ ਇਹਨੂੰ ਥੋੜਾ ਜਿਹਾ ਹੋਰ ਦੂਰ ਪਲੇਸ ਕਰਾਂ ਤਾਂ ਹੁਣ ਜਿਹੜੀ ਫੋਰਸ ਹੈ Q1 ਚਾਰਜ ਤੇ ਆਪਾਂ ਨੂੰ ਪਤਾ ਵੀ ਲੱਗੇਗੀ ਤਾਂ ਹੈਗੀ, ਬਟ ਪਹਿਲਾਂ ਨਾਲੋਂ ਘੱਟ ਲੱਗੇਗੀ। ਜੇ ਮੈਨੂੰ ਹੋਰ ਦੂਰ ਲੈ ਕੇ ਜਾਵਾਂ ਤਾਂ ਫੋਰਸ ਹੋਰ ਘਟੇਗੀ। ਜੇ ਮੈਨੂੰ ਹੋਰ ਦੂਰ ਲੈ ਕੇ ਜਾਵਾਂ ਤਾਂ ਫੋਰਸ ਹੋਰ ਘਟੇਗੀ, ਹਨਾ। ਕਿਉਂ? ਕਿਉਂਕਿ ਫੋਰਸ ਹੈ ਜਿਹੜੀ ਉਹ ਇਨਵਰਸਲੀ ਪ੍ਰੋਪੋਰਸ਼ਨਲ ਸੀ ਸਕੁਅਰ ਆਫ ਦੀ ਡਿਸਟੈਂਸ ਬਿਟਵੀਨ them। ਮਤਲਬ ਇਦਾਂ ਚੱਲਦੇ 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 ਇੱਕ ਪੁਆਇੰਟ ਇਹੋ ਜਿਹਾ ਆਊਗਾ ਜਿਸ ਤੋਂ ਬਾਅਦ ਅਗਰ ਹੋਰ ਤੁਸੀਂ ਚਾਰਜ ਨੂੰ ਸ਼ਿਫਟ ਕਰੋਗੇ ਤਾਂ ਉਸ ਤੋਂ ਬਾਅਦ ਇਸ ਚਾਰਜ Q ਦੁਆਰਾ ਉਸ ਚਾਰਜ Q1 ਤੇ ਫੋਰਸ ਨਹੀਂ ਲੱਗੇਗੀ। ਇਹਦਾ ਮਤਲਬ ਜਦੋਂ Q1 ਚਾਰਜ ਤੇ ਫੋਰਸ ਲੱਗਣੀ ਬੰਦ ਹੋ ਗਈ, ਇਹਦਾ ਮਤਲਬ ਉਹ Q ਚਾਰਜ ਦੇ ਫੀਲਡ ਤੋਂ ਬਾਹਰ ਹੋ ਗਿਆ, ਤਾਂ ਹੀ ਫੋਰਸ ਲੱਗਣੀ ਬੰਦ ਹੋ ਗਈ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਇਹ Q ਚਾਰਜ ਹੈ ਉਹਦਾ ਪੂਰਾ 3 ਡਾਈਮੈਂਸ਼ਨ ਦੇ ਵਿੱਚ ਇੱਕ ਫੀਲਡ ਬਣਦਾ ਹੈ, ਇੱਕ ਪੂਰਾ ਫੀਲਡ ਬਣਦਾ, ਇੱਕ ਪੂਰੀ ਸਪੇਸ ਬਣਦੀ ਹੈ ਜਿਹਦੇ ਵਿੱਚ ਤੁਸੀਂ ਕਿਤੇ ਵੀ ਐਨੀਵੇਅਰ ਕੋਈ ਚਾਰਜ ਪਲੇਸ ਕਰੋਗੇ ਤਾਂ ਉਸ ਚਾਰਜ ਤੇ ਇਸ Q ਚਾਰਜ ਦੁਆਰਾ, ਕੈਪੀਟਲ Q ਚਾਰਜ ਦੁਆਰਾ ਕੀ ਲੱਗੇਗੀ? ਜਾਂ ਤਾਂ ਫੋਰਸ ਆਫ ਅਟਰੈਕਸ਼ਨ ਲੱਗੇਗੀ ਜਾਂ ਫੋਰਸ ਆਫ ਰਿਪਲਸ਼ਨ ਲੱਗੇਗੀ। that reason is known as electric field। ਮਤਲਬ ਇਲੈਕਟ੍ਰਿਕ ਫੀਲਡ ਇੱਕ ਅਜਿਹਾ ਸਪੇਸ ਹੋ ਗਈ ਚਾਰਜ ਦੇ ਅਰਾਊਂਡ ਜਿਹਦੇ ਵਿੱਚ ਉਹਦੇ ਇਫੈਕਟ ਨੂੰ ਫੈਲਟ ਕੀਤਾ ਜਾ ਸਕਦਾ ਹੈ ਕਿਸੇ ਅਨਦਰ ਚਾਰਜ ਦੁਆਰਾ। ਹੁਣ ਉਹਦਾ ਇਫੈਕਟ ਕੀ ਹੈ? ਉਹੀ ਕੂਲਮ ਫੋਰਸਿਸ ਆਫ ਅਟਰੈਕਸ਼ਨ ਔਰ ਰਿਪਲਸ਼ਨ। ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ, ਦੇਖੋ ਲੋਹੜੀ ਦਾ ਤਿਉਹਾਰ ਸਭ ਨੇ ਮਨਾਇਆ ਨਾ। ਜਦੋਂ ਲੋਹੜੀ ਦਾ ਤਿਉਹਾਰ ਅਸੀਂ ਮਨਾਉਂਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ? ਅੱਗ ਬਾਲਦੇ ਹਾਂ। ਅੱਗ ਬਾਲ ਕੇ ਉਹਦੇ ਆਲੇ ਦੁਆਲੇ ਬੈਠ ਜਾਂਦੇ ਹਨਾ, ਤਾਂ ਸਾਨੂੰ ਅੱਗ ਦਾ ਸੇਕ ਲੱਗਦਾ। ਇਹਦਾ ਮਤਲਬ ਅਸੀਂ ਅੱਗ ਦੇ ਫੀਲਡ 'ਚ ਬੈਠੇ ਹਾਂ, ਹਨਾ। ਜਿਵੇਂ ਜਿਵੇਂ ਤੁਸੀਂ ਆਪਣੇ ਚੇਅਰਸ ਦੂਰ ਕਰੋਗੇ ਤਾਂ ਤੁਸੀਂ ਦੇਖੋ ਅੱਗ ਦਾ ਸੇਕ ਘਟਣਾ ਸ਼ੁਰੂ ਹੋ ਜਾਂਦਾ। ਇਹਦਾ ਮਤਲਬ ਜਿਹੜਾ ਅੱਗ ਦਾ ਫੀਲਡ ਆ ਉਹ ਘਟਦਾ ਜਾ ਰਿਹਾ ਹੈ। ਚੇਅਰਸ ਨੂੰ ਇੰਨੀ ਦੂਰ ਕਰ ਲਓ ਕਿ ਤੁਹਾਡੇ ਤੱਕ ਉਸ ਅੱਗ ਦਾ ਜਿਹੜਾ ਸੇਕ ਹੈ ਉਹ ਪਹੁੰਚਣਾ ਕੀ ਹੋ ਜਾਏ? ਬੰਦ ਹੀ ਹੋ ਜਾਏ। ਦੈਟ ਮੀਨ ਤੁਸੀਂ ਉਸ ਅੱਗ ਦੇ ਫੀਲਡ ਤੋਂ ਬਾਹਰ ਆ ਗਏ। ਐਜ਼ ਇਟ ਇਜ਼ ਚਾਰਜ ਦੇ ਕੇਸ ਦੇ ਵਿੱਚ ਹੈ, ਹਰ ਇੱਕ ਚਾਰਜ, ਚਾਹੇ ਉਹ ਚਾਰਜ ਛੋਟਾ ਚਾਰਜ ਹੈ ਚਾਹੇ ਉਹ ਵੱਡਾ ਚਾਰਜ ਹੈ, ਹਰ ਇੱਕ ਚਾਰਜ ਦਾ ਆਪਣਾ ਇੱਕ ਫੀਲਡ ਹੋਏਗਾ। ਉਹ ਫੀਲਡ ਡਿਪੈਂਡ ਕਰਦਾ ਚਾਰਜ ਤੇ। ਦੈਟ ਫੀਲਡ ਇਜ਼ ਨੋਨ ਐਜ਼ ਇਲੈਕਟ੍ਰਿਕ ਫੀਲਡ। ਠੀਕ ਹੈ ਜੀ। ਤਾਂ ਡੈਫੀਨੇਸ਼ਨ ਕੀ ਬਣੀ ਹੈ ਇਲੈਕਟ੍ਰਿਕ ਫੀਲਡ ਦੀ? it is a region or space around a source charge, where
its effect can be felt by test charge। देखो मैं दो चार्ज ਵਿੱਚ ਲਿਖੇ ਨੇ, ਇੱਕ ਦਾ ਨਾਮ ਲਿਖਿਆ ਮੈਂ ਟੈਸਟ ਚਾਰਜ, ਇੱਕ ਦਾ ਨਾਮ ਲਿਖਿਆ ਸੋਰਸ ਚਾਰਜ। ਹੁਣ ਇਹਨੂੰ ਸਮਝੋ ਥੋੜਾ ਧਿਆਨ ਨਾਲ ਵੀ ਕੀ ਹੈ। ਬੇਸਿਕਲੀ ਜਿਹੜੇ ਚਾਰजेस ਨੇ ਇਸ ਚੈਪਟਰ ਦੇ ਵਿੱਚ ਸਾਡੇ ਕੋਲੇ ਉਹ ਦੋ ਤਰੀਕੇ ਦੇ ਰਹਿਣਗੇ। ਇੱਕ ਨੂੰ ਅਸੀਂ ਬੋਲਿਆ ਕਰਾਂਗੇ ਸੋਰਸ ਚਾਰਜ, ਠੀਕ ਹੈ ਜੀ, ਜਿਹਨੂੰ ਸਪੋਜ਼ ਮੈਂ ਕਿਉਂ ਨਾ ਲਿਖ ਦਣਾ, ਤੇ ਇੱਕ ਹੋਇਆ ਕਰੇਗਾ ਸਾਡੇ ਕੋਲ ਟੈਸਟ ਚਾਰਜ। ਇਹਨੂੰ ਅਸੀਂ ਕਿਉ ਦੇ ਪੈਰ ਦੇ ਵਿੱਚ ਨੋਟ ਪਾ ਕੇ ਲਿਖਿਆ ਕਰਾਂਗੇ, ਕਿਉ ਨੋਟ, ਠੀਕ ਹੈ ਜੀ। ਜਿਹੜਾ ਬੱਚੇ ਸੋਰਸ ਚਾਰਜ ਦੀ ਜਿਹੜੀ ਵੈਲਿਊ ਹੈ ਨਾ, ਉਹ ਟੈਸਟ ਚਾਰਜ ਦੇ ਨਾਲੋਂ ਬਹੁਤ ਜ਼ਿਆਦਾ ਹਾਈ ਹੋਏਗੀ, ਇਹ ਗੱਲ ਦਾ ਧਿਆਨ ਰੱਖਿਓ। ਬਟ ਟੈਸਟ ਚਾਰਜ ਹੈ ਜਿਹੜਾ ਉਹ ਨਿਗਲੀਜੀਬਲੀ ਸਮਾਲ ਹੋਊਗਾ ਐਜ਼ ਕੰਪੇਅਰ ਟੂ ਸੋਰਸ ਚਾਰਜ। ਇਹ ਅਸੀਂ ਅਜ਼ੰਪਸ਼ਨ ਲੈ ਕੇ ਚੱਲਾਂਗੇ, ਠੀਕ ਹੈ ਜੀ। ਜਦੋਂ ਵੀ ਅਸੀਂ ਗੱਲ ਕਰਾਂਗੇ ਸੋਰਸ ਚਾਰਜ ਦੀ, ਇਹਦਾ ਮਤਲਬ ਤੁਸੀਂ ਬਸ ਧਿਆਨ ਕਰ ਲਿਓ ਵੀ ਸੋਰਸ ਚਾਰਜ ਇੱਕ ਉਹ ਚਾਰਜ ਹੈ ਜਿਹਦੇ ਕਰਕੇ ਇਲੈਕਟ੍ਰਿਕ ਫੀਲਡ ਪੈਦਾ ਹੋ ਰਿਹਾ। ਟੈਸਟ ਚਾਰਜ ਇੱਕ ਉਹ ਛੋਟਾ ਜਿਹਾ ਚਾਰਜ ਹੈ ਜਿਹਦੇ ਕਰਕੇ ਅਸੀਂ ਉਸ ਇਲੈਕਟ੍ਰਿਕ ਫੀਲਡ ਦੀ ਵੈਲਿਊ ਫਾਈਂਡ ਕਰਾਂਗੇ, ਜਿਹੜਾ ਇਲੈਕਟ੍ਰਿਕ ਫੀਲਡ ਪੈਦਾ ਹੋਇਆ ਕਿਹਦੀ ਵਜ੍ਹਾ ਕਰਕੇ, ਸੋਰਸ ਚਾਰਜ ਕਰਕੇ। ਜਿਵੇਂ ਆਪਾਂ ਘਰਾਂ ਦੇ ਵਿੱਚ ਤੁਸੀਂ ਇੱਕ ਵਰਡ ਸੁਣਿਆ ਹੋਊਗਾ, ਜਿਹੜੇ ਇਲੈਕਟ੍ਰੀਸ਼ੀਅਨ ਆਉਂਦੇ ਨੇ ਉਹਨਾਂ ਕੋਲ ਇੱਕ ਟੈਸਟ ਪਿਨ ਹੁੰਦਾ ਨਾ। ਟੈਸਟ ਪਿਨ ਕੀ ਕੰਮ ਕਰਦਾ ਹੈ? ਟੈਸਟ ਪਿਨ ਕਰੰਟ ਨੂੰ ਚੈੱਕ ਕਰਨ ਦੇ ਵਾਸਤੇ ਕੀ ਯੂਜ਼ ਹੁੰਦਾ ਹੈ ਨਾ। ਐਜ਼ ਇਟ ਇਜ਼ ਜਿਹੜਾ ਟੈਸਟ ਚਾਰਜ ਹੈ ਨਾ ਬੱਚੇ, ਇਹ ਵੀ ਸਾਡਾ ਇੱਕ ਹੈਲਪਰ ਹੈ। ਇਹ ਹੈਲਪ ਕਰੂਗਾ, ਕੀ ਹੈਲਪ ਕਰੂਗਾ? ਟੂ ਫਾਈਂਡ the value of electric field, ਜਿਹੜਾ ਕਿਹਦੇ ਕਰਕੇ ਪੈਦਾ ਹੋਇਆ? ਡਿਊ ਟੂ ਆ ਸੋਰਸ ਚਾਰਜ। ਇਹਦਾ ਕੰਮ ਹੀ ਸਾਡੀ ਹੈਲਪ ਕਰਨਾ। ਹੁਣ ਦਿਮਾਗ ਦੇ ਵਿੱਚ ਕਈ ਸਟੂਡੈਂਟਸ ਦੇ ਇਹ ਗੱਲ ਆਉਂਦੀ ਹੁੰਦੀ ਹੈ ਕਿ ਸਿਰਫ ਟੈਸਟ ਚਾਰਜ ਦੀ ਵੈਲਿਊ ਸਮਾਲ ਕਿਉਂ ਹੈ, ਹੈਨਾ। ਉਹ ਬੱਚੇ ਇਸ ਕਰਕੇ ਹੈ ਕਿਉਂਕਿ ਜੇ ਇਹਦੀ ਵੈਲਿਊ ਵੀ ਅਸੀਂ ਜ਼ਿਆਦਾ ਰੱਖਾਂਗੇ ਤਾਂ ਇਹਦਾ ਇੱਕ ਆਪਣਾ ਇਲੈਕਟ੍ਰਿਕ ਫੀਲਡ ਕ੍ਰੀਏਟ ਹੋ ਜਾਊਗਾ। ਫਿਰ ਸਾਨੂੰ ਐਕਚੁਅਲ ਜਿਹੜਾ ਸੋਰਸ ਚਾਰਜ ਕਰਕੇ ਇਲੈਕਟ੍ਰਿਕ ਫੀਲਡ ਹੈ ਉਹਦੀ ਵੈਲਿਊ ਫਾਈਂਡ ਆਊਟ ਅਸੀਂ ਨਹੀਂ ਕਰ ਸਕਾਂਗੇ। ਉਹ ਹਮੇਸ਼ਾ ਕੁਛ ਨਾ ਕੁਛ ਵੈਲਿਊ ਘਟ ਕੇ ਆਊਗੀ। ਇਸੇ ਕਰਕੇ ਜਿਹੜਾ ਟੈਸਟ ਚਾਰਜ ਹੈ ਉਹਦੀ ਜਿਹੜੀ ਵੈਲਿਊ ਹੈ ਅਸੀਂ ਬਹੁਤ ਸਮਾਲ ਰੱਖਦੇ ਹਾਂ। ਜੇ ਪੁੱਛੇ ਜਾਵੇ ਵੀ ਕਿੰਨੀ ਰੱਖਦੇ ਆ ਤਾਂ ਆਨਸਰ ਹੈ ਯੂਨਿਟ। ਬਸ ਇਹ ਯੂਨਿਟ ਹਮੇਸ਼ਾ ਪੋਜ਼ਿਟਿਵ ਚਾਰਜ ਹੁੰਦਾ ਹੈ, ਯੂਨਿਟ ਪੋਜ਼ਿਟਿਵ ਟੈਸਟ ਚਾਰਜ। ਮਤਲਬ ਤੁਸੀਂ ਇਹ ਗੱਲ ਧਿਆਨ ਚ ਰੱਖਣੀ ਹੈ ਬੱਚੇ ਵੀ ਜਿਹੜਾ ਟੈਸਟ ਚਾਰਜ ਹੈ ਨਾ ਉਹ ਹਮੇਸ਼ਾ ਤੁਸੀਂ ਪੋਜ਼ਿਟਿਵ ਹੀ ਕੰਸੀਡਰ ਕਰਨਾ ਹੈ, ਕਦੇ ਵੀ ਟੈਸਟ ਚਾਰਜ ਨੈਗੇਟਿਵ ਨਹੀਂ ਹੋਗਾ। ਇਹ ਸਾਡੀ ਅਜ਼ੰਪਸ਼ਨ ਹੈ। ਜਿਹੜਾ ਸੋਰਸ ਚਾਰਜ ਹੈ, ਸੋਰਸ ਚਾਰਜ ਸਾਡੇ ਕੋਲੇ ਪੋਜ਼ਿਟਿਵ ਵੀ ਹੋ ਸਕਦਾ ਹੈ, ਨੈਗੇਟਿਵ ਵੀ ਹੋ ਸਕਦਾ ਹੈ। ਮਤਲਬ ਜਿਹਨੇ ਇਲੈਕਟ੍ਰਿਕ ਫੀਲਡ ਪੈਦਾ ਕਰਨਾ ਹੈ ਉਹ ਪੋਜ਼ਿਟਿਵ ਵੀ ਹੋ ਸਕਦਾ ਹੈ, ਨੈਗੇਟਿਵ ਵੀ ਹੋ ਸਕਦਾ ਹੈ। ਜਿਹਦੀ ਵਜ੍ਹਾ ਕਰਕੇ ਤੁਸੀਂ ਫਾਈਂਡ ਕਰਨਾ ਹੈ, ਜਿਹਦੀ ਤੁਸੀਂ ਹੈਲਪ ਲੈਣੀ ਹੈ, ਉਹ ਹਮੇਸ਼ਾ ਪੋਜ਼ਿਟਿਵ ਹੀ ਹੋਊਗਾ ਤੇ ਉਹਦੀ ਵੈਲਿਊ ਕੀ ਹੋਊਗੀ? ਸੋਰਸ ਚਾਰਜ ਨਾਲੋਂ ਬਹੁਤ ਘੱਟ ਹੋਊਗੀ। ਜਿਵੇਂ ਮੰਨ ਲਓ ਮੈਂ ਤੁਹਾਨੂੰ ਕਹਦਾ ਵੀ ਜਿਹੜਾ ਸੋਰਸ ਚਾਰਜ ਹੈ ਉਹ 100 ਕੂਲਮ ਦਾ ਹੈ ਤੇ ਟੈਸਟ ਚਾਰਜ 1 ਕੂਲਮ ਦਾ ਹੋਊਗਾ, ਤਾਂ ਦੇਖੋ 100 ਕੂਲਮ ਇਜ਼ ਵੈਰੀ ਵੈਰੀ ਗ੍ਰੇਟਰ ਦੈਨ ਕੀ ਹੈ? 1 ਕੂਲਮ ਹੈ। ਤਾਂ ਇਸ ਤਰੀਕੇ ਨਾਲ ਸਮਾਲ, ਠੀਕ ਹੈ ਜੀ। ਤਾਂ ਦੁਬਾਰਾ ਡੈਫੀਨੇਸ਼ਨ ਪੜ੍ਹਦੇ ਹਾਂ ਇਲੈਕਟ੍ਰਿਕ ਫੀਲਡ ਦੀ। ਇਲੈਕਟ੍ਰਿਕ ਫੀਲਡ ਕੀ ਹੈ? ਇਟ ਇਜ਼ ਅ ਰੀਜਨ ਔਰ ਅ ਸਪੇਸ around a source charge where its effect can be felt by the test charge, by the test charge। I think ਹੁਣ ਤੁਹਾਨੂੰ ਸਭ ਨੂੰ ਇਹ ਕੀ ਹੈ ਕਲੀਅਰ ਹੋ ਗਿਆ ਹੋਊਗਾ। ਥੋੜਾ ਜਿਹਾ ਹੁਣ ਅਸੀਂ ਮੈਥਮੈਟੀਕਲ ਵੱਲ ਚੱਲਦੇ ਹਾਂ। ਇਹ ਤਾਂ ਚਲੋ ਜਨਰਲ ਡੈਫੀਨੇਸ਼ਨ ਹੋ ਗਈ। ਦੇਖੋ ਮੈਂ ਇੱਥੇ ਇੱਕ ਚਾਰਜ ਰੱਖਿਆ Q, ਠੀਕ ਹੈ, ਪੋਜ਼ਿਟਿਵ ਰੱਖ ਲਿਆ। ਇਹ ਚਾਰਜ ਕਿਹੜਾ ਚਾਰਜ ਹੈ? ਇਹ ਹੈਗਾ ਸੋਰਸ ਚਾਰਜ। ਆਪਾਂ ਨੂੰ ਪਤਾ ਹੈ ਇਹਦੇ ਅਰਾਊਂਡ ਕੀ ਇੱਕ ਫੀਲਡ ਐਗਜ਼ਿਸਟ ਕਰੇਗਾ ਹੀ ਕਰੇਗਾ। ਕਿਸੇ डिस्टेंस r ਤੇ ਮੈਂ ਇੱਕ ਟੈਸਟ ਚਾਰਜ ਪਲੇਸ ਕਰਤਾ ਤੇ ਇਸ ਟੈਸਟ ਚਾਰਜ ਤੇ ਅਕੋਰਡਿੰਗ ਟੂ ਕੂਲਮਸ ਲਾਅ ਦੀ ਫੋਰਸ ਲੱਗੇਗੀ k q naught by r square। ਸਭ ਨੂੰ ਪਤਾ ਹੈ। ਅੱਛਾ ਇਹ ਸੋਰਸ ਚਾਰਜ ਨੇ ਇਸ ਟੈਸਟ ਚਾਰਜ ਤੇ ਫੋਰਸ ਕਿੰਨੀ ਲਾਈ? ਦੈਟ ਮੀਨਸ ਫੋਰਸ ਪਰ ਯੂਨਿਟ ਟੈਸਟ ਚਾਰਜ। ਜਿਵੇਂ ਮੈਂ ਬੋਲਾਂ ਇਹਨੂੰ ਕੀ ਬੋਲ ਰਿਹਾ ਮੈਂ? ਫੋਰਸ पर यूनिट टेस्ट चार्ज। तो साडे कोल फार्मूला की बनूगा? दैट इज K
Q by r square. This is nothing but electric field. This is the formula with the help of which we can calculate the value of electric field due to a given source charge. फॉर्मूला किथों बनया? कूलम्स लॉ तो बनया। फोर्स किदे ते लगी है? टेस्ट चार्ज ते। हां देखो F by Q नॉट मैं करता इज इक्वल टू की आ गया K Q by R स्क्वायर। ठीक है जी। फिर ਅਸੀਂ ਇਹਦੇ ਫਾਰਮੂਲੇ ਥੋੜਾ ਜਿਹਾ ਕਈ ਵਾਰ ਅਸੀਂ ਇਦਾਂ ਵੀ ਯੂਜ਼ ਕਰ ਰਹੇ ਹਾਂ। ਦੇਖੋ F by Q नॉट है is equal to E भी लिख सकता मैं। ਇਹਦਾ मतलब मैं लिख सकता F is equal to Q नॉट E। This is very famous formula। बहुत बार न्यूमेरिकल्स भी ते डेरिवेशंस भी ये फार्मूला यूज होएगा F is equal to QE। इन जनरली ਅਸੀਂ ਕਿਵੇਂ ਯੂਜ਼ ਕਰਿਆ ਕਰਾਂਗੇ? F is equal to QE। what is Q? Q is a charge। what is Q naught? Q naught is a test charge। ਕਿਉਂਕਿ ਅਸੀਂ ਇੱਥੇ ਟੈਸਟਿੰਗ ਵਾਸਤੇ ਯੂਜ਼ ਕਰ ਰਹੇ ਹਾਂ ਤਾਂ ਇਹਨੂੰ ਮੈਂ ਕੀ ਬੋਲ ਰਿਹਾ ਬਾਰ-ਬਾਰ? ਟੈਸਟ ਚਾਰਜ। ਠੀਕ ਹੈ ਜੀ। ਤਾਂ ਤੁਸੀਂ ਇਲੈਕਟ੍ਰਿਕ ਫੀਲਡ ਨੂੰ ਇਦਾਂ ਵੀ ਡਿਫਾਈਨ ਕਰ ਸਕਦੇ ਹੋ। ਇਲੈਕਟ੍ਰਿਕ ਫੀਲਡ ਮੇ ਬੀ ਡਿਫਾਈਨਡ ਐਜ਼ ਦਾ ਫੋਰਸ ਪਰ ਯੂਨਿਟ ਟੈਸਟ ਚਾਰਜ। ਇੱਕ ਯੂਨਿਟ ਟੈਸਟ ਚਾਰਜ ਤੇ ਕਿੰਨੀ ਫੋਰਸ ਲੱਗਦੀ ਹੈ ਉਸ ਨੂੰ ਅਸੀਂ ਕੀ ਬੋਲਦੇ ਹਾਂ? ਇਲੈਕਟ੍ਰਿਕ ਫੀਲਡ। ਹੁਣ ਬੱਚੇ ਅੱਗੇ ਗੱਲ ਆ ਜਾਂਦੀ ਹੈ SI ਯੂਨਿਟ ਦੀ। SI यूनिट ऑफ इलेक्ट्रिक फील्ड व्हिच इज वेरी सिंपल। ਹੁਣ देखो इलेक्ट्रिक फील्ड ਦਾ ਫਾਰਮੂਲਾ ਕੀ ਹੈ? फोर्स पर यूनिट चार्ज। अच्छा फोर्स यूनिट ਕੀ ਨੇ? ਨਿਊਟਨ। ठीक है। चार्ज ਦੇ ਕੀ ਨੇ? ਕੂਲਮ। ਤਾਂ ਨਿਊਟਨ ਪਰ ਕੂਲਮ ਇਹਦੇ ਕੀ ਹੋਗੇ? SI यूनिट ਨੇ। ਅੱਗੇ ਨਾ ਨੈਕਸਟ ਜਦੋਂ ਚੈਪਟਰਸ ਅਸੀਂ ਪੜਾਂਗੇ ਉਦੋਂ ਇਲੈਕਟ੍ਰਿਕ ਫੀਲਡ ਦੇ ਯੂਨਿਟ ਇੱਕ ਬਣਾਵਾਂਗੇ ਸੀ ਵੋਲਟ ਪਰ ਮੀਟਰ। ਇੱਥੇ ਨੋਟ ਕਰਾਣਾ ਹੈ, ਧਿਆਨ ਰੱਖਿਓ। ਠੀਕ ਹੈ। ਇੱਕ ਪੜਾਂਗੇ ਅਸੀਂ ਵੈਬਰ ਪਰ ਮੀਟਰ ਸਕੁਅਰ। ਆ ਤਿੰਨ ਯੂਨਿਟ ਨੇ ਜੀ SI यूनिट ने इलेक्ट्रिक फील्ड दे। WB stands for Weber। ਤਾਂ ਕਈ ਵਾਰ MCQ ਦੇ ਵਿੱਚ ਕੀ ਹੈ ਇਹੀ ਪੁੱਛਿਆ ਜਾਂਦਾ ਵੀ ਵੋਲਟ ਪਰ ਮੀਟਰ ਕਿਹਦੇ SI यूनिट ਨੇ? ਤਾਂ ਆਨਸਰ ਹੈ ਇਲੈਕਟ੍ਰਿਕ ਫੀਲਡ ਦੇ ਨੇ। ਨਿਊਟਨ ਪਰ ਕੂਲਮ ਕਿਹਦੇ ਯੂਨਿਟ ਨੇ? ਆਨਸਰ ਹੈ ਇਲੈਕਟ੍ਰਿਕ ਫੀਲਡ ਦੇ ਨੇ। ਵੈਬਰ ਪਰ ਮੀਟਰ ਸਕੁਅਰ ਕਿਹਦੇ ਯੂਨਿਟ ਨੇ? ਆਨਸਰ ਹੈ ਇਲੈਕਟ੍ਰਿਕ ਫੀਲਡ। ਠੀਕ ਹੈ ਜੀ। ਤਾਂ ਇਹ ਤੁਸੀਂ ਫਾਰਮੂਲਾ ਹੁਣ ਤੁਸੀਂ ਇਲੈਕਟ੍ਰਿਕ ਫੀਲਡ ਦਾ ਧਿਆਨ ਚ ਰੱਖਣਾ ਹੈ। अच्छा ये भी ध्यान रखियो कूलम लॉ ਅਸੀਂ ਕਾਦੇ ਵਾਸਤੇ ਯੂਜ਼ ਕਰਦੇ ਹਾਂ? कूलम लॉ ਅਸੀਂ ਯੂਜ਼ ਕਰਦੇ ਹਾਂ ਫॉर अ पॉइंट चार्ज। फॉर अ पॉइंट चार्ज ਇਹਦਾ ਮਤਲਬ ਜਿਹੜਾ ਅਸੀਂ ਇਲੈਕਟ੍ਰਿਕ ਫੀਲਡ ਦਾ ਫਾਰਮੂਲਾ ਲਿਖ ਰਹੇ ਹਾਂ ਇਹ ਵੀ ਕਾਦੇ ਵਾਸਤੇ ਹੈ? ਇਹ ਵੀ फॉर अ पॉइंट सोर्स है। फॉर अ पॉइंट सोर्स ਕਿਸੇ ਬॉडी ਵਾਸਤੇ ਦੁਬਾਰਾ ਫਿਰ ਤੋਂ ਹੀ ਇੰਟੀਗ੍ਰੇਸ਼ਨ ਵਾਲਾ ਕੰਮ ਹੀ ਇੱਥੇ ਲੱਗੇਗਾ। ਠੀਕ ਹੈ। ਇਹ ਗੱਲ ਜ਼ਰੂਰੀ ਹੈ, ਧਿਆਨ ਰੱਖਿਓ ਇਸ ਚੀਜ਼ ਦਾ। ਨੈਕਸਟ ਹੈ ਜੀ इलेक्ट्रिक फील्ड लाइन्स। इलेक्ट्रिक फील्ड लाइन्स इलेक्ट्रिक फील्ड ਨੂੰ ਅੱਛੇ ਤਰੀਕੇ ਨਾਲ ਸਮਝਣ ਦੇ ਲਈ ਅਸੀਂ ਇਲੈਕਟ੍ਰਿਕ ਫੀਲਡ ਲਾਈਨਸ ਦੀ ਹੈਲਪ ਲੈਂਦੇ ਆ। ਤੁਸੀਂ ਦੇਖੋ ਕਿਤਨਾ ਕਿਤਨਾ ਸੁਣਿਆ ਹੋਗਾ ਮੈਗਨੈਟਿਕ ਫੀਲਡ ਲਾਈਨਸ। 10th ਕਲਾਸ ਦੇ ਵਿੱਚ ਪੜ੍ਹਦੇ ਸੀ। ਇੱਕ ਮੈਗਨੇਟ ਹੁੰਦੀ ਹੈ ਜੀ। ਮੈਗਨੇਟ ਦਾ ਇੱਕ ਨਾਰਥ ਪੋਲ ਹੁੰਦਾ, ਇੱਕ ਸਾਊਥ ਪੋਲ ਹੁੰਦਾ ਨਾ, ਤੇ ਉਹਦੇ ਅਰਾਊਂਡ ਮੈਗਨੇਟ ਦੇ ਅਰਾਊਂਡ ਤੁਸੀਂ ਇੱਕ ਮੈਗਨੈਟਿਕ ਫੀਲਡ ਲਾਈਨਸ ਡਰਾ ਕਰਦੇ ਸੀ ਹਨਾ। as it is a ਚਾਰਜ ਦੇ ਅਰਾਊਂਡ ਇਲੈਕਟ੍ਰਿਕ ਫੀਲਡ ਲਾਈਨਸ ਹੁੰਦੀਆਂ ਨੇ। ਜਿਵੇਂ ਮੈਗਨੇਟ ਦੇ ਅਰਾਊਂਡ ਮੈਗਨੈਟਿਕ ਫੀਲਡ ਲਾਈਨਸ ਹੁੰਦੀਆਂ ਨੇ ਉਹ ਵੀ ਪੜਾਂਗੇ ਆਪਣਾ 3rd ਚੈਪਟਰ ਦੇ ਵਿੱਚ ਆਊਗਾ। ਠੀਕ ਹੈ। as it is ਇਲੈਕਟ੍ਰਿਕ ਚਾਰਜ ਦੇ ਅਰਾਊਂਡ ਕੀ ਐਗਜ਼ਿਸਟ ਕਰਦੀਆਂ ਨੇ? ਇਲੈਕਟ੍ਰਿਕ ਫੀਲਡ ਲਾਈਨਸ। ਤਾਂ ਇਲੈਕਟ੍ਰਿਕ ਫੀਲਡ ਲਾਈਨਸ ਕੀ ਨੇ? these are the imaginary lines around the source charge which tells the direction and the strength of electric field। ਕਹਿੰਦੇ ਇਮੇਜਿਨਰੀ ਲਾਈਨਸ ਨੇ ਮਤਲਬ ਐਕਚੁਅਲ ਚ ਐਗਜ਼ਿਸਟ ਨਹੀਂ ਕਰਦੀਆਂ, ਸਾਡੀ ਇਮੇਜਿਨੇਸ਼ਨ ਹੈ, ਸਾਡਾ ਇੱਕ ਹਾਈਪੋਥੈਟਿਕਲ ਕਨਸੈਪਟ ਹੈ। ਠੀਕ ਹੈ। ਕਿਹਦੇ ਅਰਾਊਂਡ ਐਗਜ਼ਿਸਟ ਕਰਦੀਆਂ ਨੇ? ਕਿਸੇ ਸੋਰਸ ਚਾਰਜ ਦੇ ਅਰਾਊਂਡ। ਠੀਕ ਹੈ। ਜਿਹੜੀਆਂ ਦੱਸਦੀਆਂ ਕੀ ਨੇ ਸਾਨੂੰ? ਇੱਕ ਤਾਂ ਡਾਇਰੈਕਸ਼ਨ ਦੱਸਣਗੀਆਂ, ਦੂਸਰਾ ਸਟਰੈਂਥ ਵੀ। ਮੈਗਨੈਟਿਕ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹ ਸਟਰੋਂਗ ਹੈ ਜਾਂ ਵੀਕ ਹੈ। ਠੀਕ ਹੈ। ਉਹਦੀ ਡਾਇਰੈਕਸ਼ਨ ਕੀ ਹੈ? ਉਹ ਈਸਟ ਟੂ ਵੈਸਟ ਹੈ, ਨਾਰਥ ਟੂ ਸਾਊਥ ਹੈ।
है ना ਉਹਦੀ डायरेक्शन बारे भी सानू इलैक्ट्रिक फील्ड लाइंस तो पता लगता है। ਹੁਣ इलैक्ट्रिक फील्ड लाइंस ਨੂੰ ਸਮਝਣ ਦੇ ਲਈ ਸਾਨੂੰ ਸਮਝਣੇ ਪੈਣਗੀਆਂ ਦੀਆਂ properties of electric field lines। properties of electric field lines। पहला गल करिए ਆਪਾਂ for a single charge electric field lines are straight। किसी भी सिंगल चार्ज whether it is a positive or a negative, अगर कोई पॉजिटिव चार्ज है ਜਾਂ अगर कोई नेगेटिव चार्ज है ਤਾਂ ਉਹਦੇ ਕਰਕੇ ਵਿੱਚ ਜਿਹੜੀਆਂ ਇਲੈਕਟ੍ਰਿਕ ਫੀਲਡ ਲਾਈਨਸ ਹੁੰਦੀਆਂ ਨੇ ਉਹ ਸਟ੍ਰੇਟ ਹੁੰਦੀਆਂ ਨੇ। ਹੁਣ ਕੁਐਸਚਨ ਇਹਦੇ ਵਿੱਚ ਇਹ ਆਉਂਦਾ ਹੈ, ਪੇਪਰ ਦੇ ਵਿੱਚ ਵੀ ਆਉਂਦਾ ਕੁਐਸਚਨ ਇਹ ਵੀ ਜੇ ਤੁਹਾਡੇ ਕੋਲ ਇੱਕ ਪੋਜ਼ਿਟਿਵ ਚਾਰਜ ਹੈ, ਤੁਹਾਡੇ ਕੋਲ ਕੀ ਇੱਕ ਪੋਜ਼ਿਟਿਵ ਚਾਰਜ ਹੈ ਤਾਂ ਉਸ ਪੋਜ਼ਿਟਿਵ ਚਾਰਜ ਕਰਕੇ ਇਲੈਕਟ੍ਰਿਕ ਫੀਲਡ ਲਾਈਨਸ ਦੀ ਜੋ ਸ਼ੇਪ ਹੈ ਉਹ ਕਿੱਦਾਂ ਦੀ ਹੋਏਗੀ, ਉਹ ਸ਼ੇਪ ਡਰਾ ਕਰਕੇ ਦਿਖਾਓ। ਤਾਂ ਦੇਖੋ ਕਿਵੇਂ ਬਣਾਉਣੀ ਹੈ ਤੁਸੀਂ। ਆ ਮੰਨ ਲਓ ਪੋਜ਼ਿਟਿਵ ਚਾਰਜ, ठीक है जी, पहला मैं शेप बना रहा फिर उस तो मैं आपको दसूंगा भी एवें बनी क्यों है। तो ये करके इलैक्ट्रिक फील्ड लाइंस ने बच्चे जड़ियां इदां बन गई। इलैक्ट्रिक फील्ड लाइंस दे जिहड़े एरो ने ओदी जिहड़ी डायरेक्शन है पॉजिटिव चार्ज तो वो आउटवर्ड आएगी, बाहर वाल। बिल्कुल तुहाडियां लाइंस स्ट्रेट होने चाहिए ने तां ही तुहानूं पेपर दे विच इहदे मार्क्स मिलणगे, अदरवाइज तुहानूं मार्क्स नहीं मिलणगे जे तुसी रफ डायग्राम बना के। this is the representation of electric field lines due to a positive charge। ਹੁਣ concept समझना हैगा कि ये एरो ने जेडे ये आउटवर्ड क्यों ने, ठीक है। आ देखो मान लो चार्ज हैगा Q, सोर्स चार्ज कौन है Q। तुसी ना जदों भी इलैक्ट्रिक फील्ड लाइंस ड्रॉ करनियां होण तां तुसी किसी भी एक पॉइंट ते टेस्ट चार्ज प्लेस कर दो। मान लो मैं इत्थे टेस्ट चार्ज प्लेस करता हूं। देखो जो मैं वर्ड बोलिया टेस्ट चार्ज तुहाडे दिमाग च की आया होगा भी पक्का इत्थे की असीं एक Q0 पॉजिटिव Q0 टेस्ट चार्ज रखांगे आपां, क्योंकि टेस्ट चार्ज हमेशा साडे कोले पॉजिटिव हुंदा है। सुरिंदर बच्चे तुसीं दोबारा रीजॉइन हो जाओ अगर तुहाडू कोई प्रॉब्लम आ रही हैगी। बाकी सारिआं नूं आवाज ठीक आ रही है जी मेरी? बच्चे आवाज सारों को आ रही है मेरी ठीक ठाक बिल्कुल? अच्छा ठीक है जी। अच्छा हुण सही है, ठीक हो जाता कई बार नेटवर्क दे इशू, इसे करके ना मैं रिकॉर्ड करता लैक्चर भी तुसीं बाद दे विच भी सुन सकदे हो। अच्छा तो मैं कह रहा सी क्यों की है साडे कोल एक सोर्स चार्ज हो गया तां जदों भी असीं इलैक्ट्रिक फील्ड लाइंस की है ड्रॉ करनियां ने है ना तां असीं की प्लेस करना टेस्ट चार्ज। टेस्ट चार्ज हमेशा की होगा पॉजिटिव। हुण देखो एक सोर्स चार्ज है तुहाडे सामने, एक टेस्ट चार्ज है। सोर्स चार्ज टेस्ट चार्ज नूं की करूगा रिपेल करूगा ना इन दिस डायरेक्शन। तो जिहड़ा ये एरो बच्चे लगाया ना आउटवर्ड ये इलैक्ट्रोस्टैटिक फोर्स नूं रिप्रेजेंट करता है कि इस चार्ज दे अराउंड तुसीं किते भी रख के देख लो, टेस्ट चार्ज रखो हमेशा फोर्स बाहर वाल लगेगी। इसे करके पॉजिटिव चार्ज करके जो इलैक्ट्रिक फील्ड लाइंस ने स्ट्रेट बनदियां ने ते उन्हां दी डायरेक्शन की बनदी है, उन्हां दी डायरेक्शन की रहिंदी है आउटवर्ड। अच्छा फिर असीं गल करिए नेगेटिव चार्ज। अगर साडे कोले चार्ज हैगा नेगेटिव, देखो वन बाय वन चलांगे आपां, ठीक है। मतलब स्टैप बाय स्टैप तुसीं कह लो भी स्टैप बाय स्टैप चलांगे, आराम नाल काम करांगे ताकि दिक्कत ना आवे, क्योंकि ये बेसिक ने। जे प्रॉपर्टीज तुहानूं क्लीयर नहीं होईयां तां अगे चैप्टर क्लीयर नहीं होना हैगा। आ देखो मान लो आ नेगेटिव चार्ज है, ठीक है जी। ਇਹਦੇ ਕਰਕੇ ਜਿਹੜੀਆਂ इलैक्ट्रिक फील्ड लाइंस ने बच्चे वो कुछ इदां बन गईयां। आ देखो पहला वाली डायग्राम ते इस डायग्राम च तुसीं फर्क देख सकदे हो कि ਜਿਹੜੀਆਂ ਇਹ ਵਾਲੀ डायग्राम ਦੇ ਵਿੱਚ ਜਿਹੜੇ ਐरो ਨੇ
वो मैं इनसाइड शो कीते हैं like this। ठीक है जी। ਹੁਣ ਦੇਖੋ ਇਹ ਵੀ ਤੁਸੀਂ ਦੇਖ ਲਓ, ਇੱਕ ਤਾਂ ਪਹਿਲਾਂ ਤੁਸੀਂ ਯਾਦ ਹੀ ਰੱਖਣਾ ਹੈ ਵੀ ਨੈਗੇਟਿਵ ਚਾਰਜ ਆ ਤਾਂ ਜਿਹੜੀਆਂ ਲਾਈਨਸ ਨੇ, ਜਿਹੜੇ ਐਰੋਜ਼ ਨੇ ਉਹ ਇਨਵਰਟ ਹੋਣਗੇ। ਠੀਕ ਹੈ, ਕਿਉਂ ਹੋਣਗੇ? ਦੇਖੋ ਮੰਨ ਲਓ ਆ ਚਾਰਜ ਕਿਉਂ, ਇਸ ਜਗ੍ਹਾ ਤੇ ਤੁਸੀਂ ਇੱਕ ਟੈਸਟ ਚਾਰਜ ਰੱਖ ਕੇ ਦੇਖ ਲਓ, ਪੋਜ਼ਿਟਿਵ ਕਿਉਂ ਨੋਟ। ਹੁਣ ਦੇਖੋ ਨੈਗੇਟਿਵ ਜਿਹੜਾ ਚਾਰਜ ਹੈ ਪੋਜ਼ਿਟਿਵ ਨੂੰ ਡੈਫੀਨਿਟਲੀ ਆਪਣੇ ਵੱਲ ਕੀ ਕਰੂਗਾ, ਅਟਰੈਕਟ ਕਰੂਗਾ ਨਾ। ਆ ਦੇਖੋ ਐਰੋ ਕਿੱਧਰ ਆ ਰਿਹਾ, ਇਨਸਾਈਡ ਆ ਰਿਹਾ। ਇਸੇ ਕਰਕੇ ਨੈਗੇਟਿਵ ਚਾਰਜ ਜਿਹੜਾ ਕੀ ਹੈ, ਜਦੋਂ ਨੈਗੇਟਿਵ ਚਾਰਜ ਹੋਵੇ ਤਾਂ ਐਰੋ ਇਨਸਾਈਡ ਲੱਗਦੇ ਹੈ, ਅਗਰ ਪੋਜ਼ਿਟਿਵ ਚਾਰਜ ਹੋਵੇ ਤਾਂ ਐਰੋ ਆਊਟਸਾਈਡ ਲੱਗਦੇ ਹੈ। ਨੈਕਸਟ ਅਸੀਂ ਗੱਲ ਕਰੀਏ ਸੈਕੰਡ ਪ੍ਰੋਪਰਟੀ ਆ ਗਈ, ਫॉर अ डायपोल electric field lines make a curve। जाए कह सकते हो इलेक्ट्रिक फील्ड लाइन्स आर curved in nature। ऐदा भी तुसी बोल सकते हो। ਹੁਣ देखो डायपोल की ਹੁੰਦਾ है, तुसी केमिस्ट्री च पढ़ते हो डायपोल ਹੁੰਦਾ ਬੱਚੇ कोई दो चार्जेस जिन्हां दी वैल्यू दा सेम होवे बट नेचर ऑपोजिट होवे। मतलब जिवें एक पॉजिटिव है एक की है नेगेटिव है। जे मान लो ए चार्ज पॉजिटिव क्यों है तो ये उतना ही की होगा नेगेटिव क्यों होगा। मतलब डायपोल का मतलब होता दो पोल, टू पोल जिन्हां दा मैग्नीट्यूड की होवे, मैग्नीट्यूड सेम होवे बट जिहड़ी पोलैरिटी है वो डिफरेंट होवे। ਹੁਣ ਜੇ ਅਸੀਂ ਇੱਕ ਡਾਇਪੋਲ ਕਰਕੇ ਇਲੈਕਟ੍ਰਿਕ ਫੀਲਡ ਲਾਈਨਸ ਡਰਾ ਕਰੀਏ ਤਾਂ ਬੱਚੇ ਕੁਝ ਐਵੇਂ ਹੋਣਗੀਆਂ ਲਾਈਕ ਦਿਸ। ਲਾਈਕ ਦਿਸ ਪੋਜ਼ਿਟਿਵ ਤੋਂ ਬਾਹਰ ਜਾਣਗੀਆਂ, ਨੈਗੇਟਿਵ ਦੇ ਵਿੱਚ ਐਂਟਰ ਹੋਣਗੀਆਂ ਲਾਈਕ ਦਿਸ। ਧਿਆਨ ਰਹੇ कोई एक लाइन किसी दूसरी लाइन दे नाल टच नहीं करनी चाहिए हैगी। जिवें तुसीं मैग्नेटिक फील्ड लाइन्स दे विच भी यही गल दा ध्यान रखदे हुंदे सी लाइक दिस। तां किसी डायपोल दे लई इलैक्ट्रिक फील्ड लाइन्स की बनदियां ने, कर्व बनदियां ने इस तरीके नाल। ठीक है जी। थर्ड जिहड़ी प्रॉपर्टी है वो इहदे नाल ही है, इलैक्ट्रिक फील्ड लाइन्स can never intersect with each other। ये तुसी मैग्नेटिक लाइन्स दे विच भी पढ़दे सीगे, इलैक्ट्रिक फील्ड लाइन्स कैन नेवर इंटरसेक्ट विद ईच अदर। कोई भी एक इलैक्ट्रिक फील्ड लाइन दा दूसरी इलैक्ट्रिक फील्ड लाइन दे नाल जेड़ा की है मैचिंग नहीं होनी चाहिए, वो आपस च इंटरसेक्ट नहीं करने चाहिए। ਹੁਣ ਇੱਥੇ ਬਣ ਜਾਂਦਾ ਕੁਐਸਚਨ ਵੀ ਵਾਈ ਵੀ ਸਰ ਐਦਾਂ ਕਿਉਂ। ਸੀਬੀਐਸਈ ਬੋਰਡ ਵੀ ਇਹੀ ਕੁਐਸਚਨ ਪੁੱਛਦਾ ਹੈ ਕਿ ਵਾਈ ਇਲੈਕਟ੍ਰਿਕ ਫੀਲਡ ਲਾਈਨ, ਵਾਈ ਟੂ অর ਮੋਰ ਇਲੈਕਟ੍ਰਿਕ ਫੀਲਡ ਲਾਈਨਸ ਕੈਨ ਨੈਵਰ ਇੰਟਰਸੈਕਟ ਵਿਦ ਈਚ ਅਦਰ। ਤਾਂ ਉਹਦਾ ਆਨਸਰ ਬੱਚੇ ਇੱਥੇ ਵੀ ਉਹੀ ਹੈ ਮੈਗਨੈਟਿਕ ਫੀਲਡ ਲਾਈਨ ਵਾਂਗੂ। ਬਿਕੋਜ਼ ਜੇ ਇੱਕ ਪੁਆਇੰਟ ਤੇ ਦੋ ਜਾਂ ਦੋ ਤੋਂ ਜ਼ਿਆਦਾ ਇਲੈਕਟ੍ਰਿਕ ਫੀਲਡ ਲਾਈਨਸ ਆਪਸ ਵਿੱਚ ਇੰਟਰਸੈਕਟ ਹੋ ਜਾਣਗੀਆਂ ਤਾਂ ਇੱਕ ਪੁਆਇੰਟ ਤੇ ਇੱਕ ਤੋਂ ਜ਼ਿਆਦਾ ਜਿਹੜੀਆਂ ਡਾਇਰੈਕਸ਼ਨਸ ਨੇ ਉਹ ਇੰਪੋਸੀਬਲ ਹੋ ਜਾਂਦੀਆਂ ਨੇ। ਠੀਕ ਹੈ ਜੀ। ਇਹ ਆਪਾਂ ਗੱਲ ਕਰਾਂਗੇ ਨੈਕਸਟ ਕਲਾਸ ਦੇ ਵਿੱਚ ਆਪਾਂ ਗੱਲ ਕਰਾਂਗੇ। ਠੀਕ ਹੈ, ਮੈਂ ਪੂਰੀ ਡਿਟੇਲ ਦੇ ਵਿੱਚ ਇਹਨੂੰ ਸਮਝਾਉਂਗਾ। फोर्थ प्रॉपर्टी एक बार ਆਪਾਂ ਦੇਖ ਲਵਾਂਗੇ, टेंजेंट at any point। मैं ना दोबारा लिंक सेंड करूंगा, उस क्लास ਦੇ ਵਿੱਚ ਆਪਾਂ ਗੱਲ ਕਰਾਂਗੇ। ठीक है, टाइम अपने को घट रह गया। टेंजेंट at any point gives the direction of electric field
at any point tangent at any point gives the direction of electric field at that point. अगर तुसी किसी भी पॉइंट ते इलेक्ट्रिक फील्ड की डायरेक्शन देखना चाहते हो तो सानू उस पॉइंट ते की ड्रॉ करना पैना है, सानू ड्रॉ करना पैना है टेंजेंट। हुण टेंजेंट सबनू पता होगा टेंजेंट की हुंदा है कि जिवें मान लो आह कोई सर्कल है ना, तो सर्कल ते जे मैं टेंजेंट ड्रॉ करना होवे तो टेंजेंट इदां होगा। मतलब टेंजेंट वो हुंदा है एक ओ वाली लाइन हुंदी है जिहड़ी सेंटर दे नाल तां 90 डिग्री का एंगल बनावे ते जिहड़ा सरफेस दे उपर असीं ड्रॉ कर रहे हैं उस सरफेस दे नाल ओहदा एंगल कितना हुंदा है 0 डिग्री। ठीक है, टेंजेंट की है एक स्ट्रेट लाइन है जिहदा सरफेस नाल एंगल कितना हुंदा है 0 डिग्री ते जे असीं सेंटर नाल देखीए तो सेंटर नाल जिहड़ा की है जां रेडियस दे नाल तुसीं कह लो रेडियस दे नाल ओहदा एंगल कितना हुंदा है 90 डिग्री। जिवें देखो आ पॉजिटिव चार्ज सीगा आ नेगेटिव चार्ज सीगा तो पॉजिटिव चार्ज तो नेगेटिव चार्ज वाले इलेक्ट्रिक फील्ड लाइंस एवें आईयां। मान लो मैं तुहानू कहा भी कोई आ पॉइंट है, इस पॉइंट ते मैनू इलेक्ट्रिक फील्ड दसो भी किधर है, तो असीं इत्थे की करांगे तो असीं इत्थे टेंजेंट ड्रॉ करांगे इन दिस डायरेक्शन। इस पॉइंट ते इलेक्ट्रिक फील्ड इधर जा रहा होगा, इसदा मतलब ये मैं तुहानू कहा इस पॉइंट ते नहीं है, मैनू इस पॉइंट दसो भी इलेक्ट्रिक फील्ड की डायरेक्शन की है, तो इस पॉइंट ते असीं टेंजेंट ड्रॉ करांगे तो टेंजेंट जाऊगा इस साइड, इसदा मतलब इलेक्ट्रिक फील्ड इस साइड है। ਇਹਦਾ मतलब पॉजिटिव चार्ज तो चलदा चलदा नेगेटिव चार्ज तक पहुंचदा इलेक्ट्रिक फील्ड दी ਜਿਹੜੀ डायरेक्शन की हो रही है चेंज हो रही है, इसे करके वो की बना रहा है एक कर्व बना रहा है। ठीक है, तो तुसी कदे भी इलेक्ट्रिक फील्ड दी डायरेक्शन देखनी होवे किसी पॉइंट ते तो उस पॉइंट ते तुसी की ड्रॉ कर दो टेंजेंट ड्रॉ कर दो, ਤੁਹਾਨੂੰ इलेक्ट्रिक फील्ड लाइन दी डायरेक्शन मिल जाएगी। ठीक है जी, तो मैं दोबारा लिंक सेंड करदा, फिर आपां उस प्रॉपर्टी नु डिस्कस करदे कि why two or more electric field lines can never intersect with each other।